ਹੈਲੋ ਸਾਰਿਆਂ ਦਾ ਸਾਡੇ ਅਤੇ ਕੰਪਿਊਟਰ ਗ੍ਰਾਫਿਕਸ ਤੇ ਇੰਜੀਨੀਅਰਿੰਗ ਡਰਾਇੰਗ ਆਨਲਾਈਨ ਸਰਟੀਫਿਕੇਸ਼ਨ ਕੋਰਸਾਂ ਵਿੱਚ ਸਵਾਗਤ ਹੈ। ਪਿਛਲੀਆਂ ਕਲਾਸਾਂ ਵਿੱਚ ਅਸੀਂ ਸੋਲਿਡ ਵਰਕਸ ਬਾਰੇ ਥੋੜਾ ਜਿਹਾ ਸਿੱਖਿਆ ਹੈ। ਹੁਣ ਅਸੀਂ ਸੋਲਿਡ ਵਰਕਸ ਵਿੱਚ ਸ਼ਾਮਲ ਕਈ ਆਪਸ਼ਨਜ਼ ਦੀ ਵਰਤੋਂ ਕਰਨ ਜਾ ਰਹੇ ਹਾਂ। ਤਾਂ ਪਿਛਲੀ ਕਲਾਸ ਵਿੱਚ ਅਸੀਂ ਸਿੱਖਿਆ ਹੈ ਕਿ ਸੋਲਿਡ ਵਰਕਸ ਆਈਕਨ ਨੂੰ ਕਲਿੱਕ ਕਰਨ ਤੋਂ ਬਾਅਦ ਸਾਡੇ ਕੋਲ ਇਸ ਤਰ੍ਹਾਂ ਦੀ ਸਕਰੀਨ ਹੋਵੇਗੀ, ਜਿਸ ਵਿੱਚ ਅਸੀਂ ਜਿਵੇਂ ਪਹਿਲਾਂ ਵਾਂਗ ਕੁਝ ਕੰਸਟਰਕਟ ਕੀਤਾ ਹੈ। ਜੇਕਰ ਮੈਂ ਇਸ ਨੂੰ ਖੋਲ੍ਹਣਾ ਚਾਹੁੰਦਾ ਹਾਂ ਤਾਂ ਅਸੀਂ ਓਪਨ ਆਪਸ਼ਨ ਦੀ ਵਰਤੋਂ ਕਰ ਸਕਦੇ ਹਾਂ। ਉਸ ਪਾਰਟ ਤੇ ਕਲਿੱਕ ਕਰੋ ਅਤੇ ਇਸ ਨੂੰ ਖੋਲ੍ਹੋ। ਜੇਕਰ ਅਸੀਂ ਇੱਕ ਨਵੀਂ ਡਰਾਇੰਗ ਕੰਸਟਰਕਟ ਕਰਨ ਵਿੱਚ ਦਿਲਚਸਪੀ ਰੱਖਦੇ ਹਾਂ ਤਾਂ ਪਹਿਲਾ ਪਾਰਟ ਹੈ ਨਿਊ ਆਪਸ਼ਨ ਤੇ ਜਾਣਾ। ਕਲਿੱਕ ਮਤਲਬ ਲੈਫਟ ਬਟਨ ਕਲਿੱਕ। ਪਾਰਟ ਕਲਿੱਕ ਕਰਕੇ ਫਿਰ ਓਕੇ। ਫਿਰ ਇਹ ਇੱਕ ਬਲੈਂਕ ਸਕਰੀਨ ਖੋਲ੍ਹਦਾ ਹੈ। ਉਸ ਬਲੈਂਕ ਸਕਰੀਨ ਵਿੱਚ ਅਸੀਂ ਟਾਸਕਬਾਰ ਅਤੇ ਫੀਚਰ ਮੈਨੇਜਰ ਅਤੇ ਹੋਰ ਚੀਜ਼ਾਂ ਵਰਗੇ ਕਈ ਆਪਸ਼ਨਜ਼ ਦੇਖਦੇ ਹਾਂ। ਕੋਈ ਵੀ ਡਰਾਇੰਗ ਜਿਸ ਨੂੰ ਅਸੀਂ ਇੱਕ ਨਿਊ ਵਜੋਂ ਵਿੱਚ ਸ਼ੁਰੂ ਕਰਨਾ ਚਾਹੁੰਦੇ ਹਾਂ, ਸ਼ੁਰੂ ਕਰਨ ਲਈ ਰੇਕਮੈਂਡਡ ਪਲੇਨ ਸਾਹਮਣੇ ਫਰੰਟ ਪਲੇਨ ਹੈ। ਸੋ ਇਹ ਫਰੰਟ ਪਲੇਨ, ਟਾਪ ਪਲੇਨ ਅਤੇ ਰਾਈਟ ਪਲੇਨ ਸਾਡੇ ਅਸਲ ਵਿੱਚ 2 ਡਾਇਮੈਂਸ਼ਨਲ ਸਕੈਚ ਨਹੀਂ ਹਨ। ਜਦੋਂ ਅਸੀਂ ਫਰੰਟ ਵਿਊ, ਟਾਪ ਵਿਊ, ਸਾਈਡ ਵਿਊ ਕੰਸਟਰਕਟ ਕੀਤਾ ਹੈ, ਉਹ ਵਿਊਜ਼ ਵੱਖਰੇ ਹਨ, ਇੱਥੇ ਪਲੇਨ ਵੱਖਰੇ ਹਨ। ਇਹ ਪਲੇਨ ਸਿਰਫ ਵਿਅਕਤੀ ਨੂੰ ਡਰਾਇੰਗ ਕੰਸਟਰਕਟ ਕਰਨ ਵਿੱਚ ਮਦਦ ਕਰਨ ਲਈ ਹਨ। ਇਸ ਕਾਈਂਡ ਦੇ ਕੀਵਰਡ ਵਰਤੇ ਗਏ ਹਨ। ਫਰੰਟ ਵਿਊ ਟਾਪ ਵਿਊ ਨਾਲ ਡੀਲ ਕਰਨ ਲਈ ਕੁਝ ਨਹੀਂ ਹੈ ਅਤੇ ਸਾਈਡ ਵਿਊ ਸਿਰਫ ਪਲੇਨ ਰਿਪਰੈਜ਼ੈਂਟੇਸ਼ਨ ਹੈ ਕਿ ਕੀ ਇਸ ਨੂੰ ਇੱਕ ਰੈਫਰੈਂਸ ਕੋਆਰਡੀਨੇਟ ਸਿਸਟਮ ਦੇਣ ਲਈ ਸ਼ੁਰੂ ਕਰਨਾ ਚਾਹੁੰਦੇ ਹੋ। ਸਿਰਫ ਇਸ ਪਰਪਸ ਲਈ ਵਰਤਦੇ ਹਾਂ। ਸੋ ਸਾਨੂੰ ਮੁੱਖ ਤੌਰ ਤੇ ਕੀ ਕਰਨਾ ਹੈ, ਜਾਂ ਹਰ ਟਾਈਮ ਅਸੀਂ ਸਿਰਫ ਫਰੰਟ ਪਲੇਨ ਚੁਣਦੇ ਹਾਂ। ਫਿਰ ਰਾਈਟ ਕਲਿੱਕ ਕਰੋ। ਇਹ ਕੁਝ ਖੋਲ੍ਹਦਾ ਹੈ ਜਿਵੇਂ ਨੋਰਮਲ ਬਟਨ। ਨੋਰਮਲ ਤੋਂ ਉਹ ਪਲੇਨ ਸਾਨੂੰ ਕਲਿੱਕ ਕਰਨਾ ਪੈਣਾ। ਫਿਰ ਵਰਕਿੰਗ ਸਪੇਸ ਹਮੇਸ਼ਾ ਆਉਂਦੀ ਰਹੇਗੀ। ਤਾਂ ਪਿਛਲੀਆਂ ਕਲਾਸਾਂ ਵਿੱਚ ਅਸੀਂ ਦੇਖਿਆ ਕਿ ਜੇਕਰ ਮੈਂ ਇੱਕ ਲਾਈਨ ਡਰਾ ਕਰਨੀ ਹੈ ਤਾਂ ਮੈਂ ਇਸ ਨੂੰ ਇਦਾਂ ਡਰਾ ਕਰ ਸਕਦਾ ਹਾਂ। ਫਿਰ ਸਮਾਰਟ ਡਾਇਮੈਂਸ਼ਨ ਵਿੱਚ ਜਾ ਕੇ ਇਸ ਨੂੰ ਕੁਝ ਵੀ ਯੂਨਿਟਾਂ ਵਿੱਚ ਐਡਜਸਟ ਕਰੋ। ਅਤੇ ਯੂਨਿਟਸ ਅਸੀਂ ਹਮੇਸ਼ਾ 20 ਮਿਲੀਮੀਟਰ ਲਈ ਸਾਵਧਾਨ ਰਹਿੰਦੇ ਹਾਂ। ਕਲਿੱਕ ਓਕੇ। ਇਸ ਤਰੀਕੇ ਨਾਲ ਅਸੀਂ ਲਾਈਨ ਡਾਇਗਰਾਮਸ ਕੰਸਟਰਕਟ ਕੀਤੀ ਹੈ ਅਤੇ ਅਸੀਂ ਰੈਕਟੈਂਗਲਸ ਵੀ ਬਣਾਏ। ਹੁਣ ਸਲੋਟ ਵਰਗੇ ਸਪੇਸ਼ਲਾਈਜ਼ਡ ਓਬਜੈਕਟਸ ਹਨ। ਜਿਵੇਂ ਕਿ ਤੁਹਾਡੇ ਕੋਲ ਪਲੰਬਰ ਬਲੋਕ ਹੈ, ਹੋ ਸਕਦਾ ਹੈ ਕਿ ਕੋਈ ਵੀ ਮਕੈਨੀਕਲ ਡਿਵਾਈਸ ਜਿੱਥੇ ਤੁਸੀਂ ਹੋਲ ਵਾਲੀ ਪਲੇਟ ਵਰਗੀ ਕੋਈ ਥਿੰਗ ਰੱਖਣਾ ਚਾਹੁੰਦੇ ਹੋ ਅਤੇ ਹੋਰ ਥਿੰਗ ਜਿਸ ਨੂੰ ਅਸੀਂ ਸਲੋਟ ਕਹਿੰਦੇ ਹਾਂ। ਅਤੇ ਉਹ ਸਲੋਟ ਜੇਕਰ ਮੈਂ ਬਣਾਉਣ ਵਿੱਚ ਦਿਲਚਸਪੀ ਰੱਖਦਾ ਹਾਂ ਤਾਂ ਕੀ ਕਰਨਾ ਹੈ, ਸਟ੍ਰੇਟ ਸਲੋਟ ਚੁਣੋ। ਓਬਜੈਕਟ ਸ਼ੇਪ ਦਾ ਸਪਸ਼ਟ ਤੌਰ ਤੇ ਸਟ੍ਰੇਟ ਸਲੋਟ ਵਜੋਂ ਜ਼ਿਕਰ ਕੀਤਾ ਗਿਆ ਹੈ। ਤੁਸੀਂ ਦੇਖਦੇ ਹੋ ਕਿ ਕਨੈਕਟਡ ਲਾਈਨਜ਼ ਦੇ ਨਾਲ ਇੱਕ ਕਾਰਨਰ ਵਰਗਾ ਕੁਝ ਹੈ। ਉਸ ਨੂੰ ਚੁਣੋ। ਪਹਿਲੀ ਲਾਈਨ, ਦੂਜੀ ਲਾਈਨ, ਦੂਜਾ ਪੁਆਇੰਟ ਚੁਣੋ ਤਾਂ ਜੋ ਇਹ ਸੈਂਟਰ ਤੇ ਕੰਸਟਰਕਟ ਕੀਤਾ ਜਾਵੇ। ਹੁਣ ਆਪਣੇ ਮਾਊਸ ਨੂੰ ਹਿਲਾਓ। ਇਹ ਇਸ ਤਰ੍ਹਾਂ ਦੀ ਓਬਜੈਕਟ ਨੂੰ ਦੁਬਾਰਾ ਕੰਸਟਰਕਟ ਕਰਦਾ ਹੈ। ਪਹਿਲਾਂ ਸਟ੍ਰੇਟ ਸਲੋਟ ਕਲਿੱਕ ਕਰੋ। ਕੋਈ ਵੀ ਬਟਨ ਹੋਲਡ ਨਾ ਕਰੋ, ਸਿਰਫ ਆਪਣੇ ਮਾਊਸ ਨੂੰ ਮੂਵ ਕਰੋ। ਪਹਿਲੇ ਪੁਆਇੰਟ ਤੇ ਕਲਿੱਕ ਕਰੋ, ਫਿਰ ਦੂਜੇ ਪੁਆਇੰਟ ਤੇ ਕਲਿੱਕ ਕਰੋ। ਆਪਣੇ ਹੱਥਾਂ ਨੂੰ ਸੁਤੰਤਰ ਹਿਲਾਓ। ਹੁਣੇ ਆਪਣੇ ਮਾਊਸ ਨੂੰ ਕਿਸੇ ਹੋਰ ਲੋਕੇਸ਼ਨ ਤੇ ਲੈ ਜਾਓ। ਇਹ ਕਿਸੇ ਕਾਈਂਡ ਦੀ ਥਿਕਨੈਸ, ਵਿਡਥ ਦਿਖਾਉਂਦਾ ਹੈ। ਫਿਰ ਕਲਿੱਕ ਕਰੋ। ਫਿਰ ਹੋ ਗਿਆ। ਜੇਕਰ ਤੁਸੀਂ ਐਸਕੇਪ ਦਬਾ ਰਹੇ ਹੋ ਤਾਂ ਓਬਜੈਕਟ ਕੰਸਟਰਕਟ ਹੋ ਗਿਆ ਹੈ। ਹੁਣ ਤੁਸੀਂ ਸਮਾਰਟ ਡਾਇਮੈਂਸ਼ਨ ਦੀ ਵਰਤੋਂ ਕਰਨਾ ਚਾਹੁੰਦੇ ਹੋ। ਇਹ 40 ਯੂਨਿਟਾਂ ਵਰਗਾ ਹੋਣਾ ਚਾਹੀਦਾ ਹੈ ਜਿਸ ਲਈ ਤੁਸੀਂ ਮਿਲੀਮੀਟਰ ਚਾਹੁੰਦੇ ਹੋ। ਕਲਿੱਕ ਓਕੇ। ਫਿਰ ਐਸਕੇਪ ਦਬਾਓ। ਹੁਣ ਮੈਂ ਸਮਾਰਟ ਡਾਇਮੈਂਸ਼ਨ ਦੇ ਰੇਡੀਅਸ ਨੂੰ ਐਡਜਸਟ ਕਰਨਾ ਹੈ। ਫਿਰ ਉਸ ਨੂੰ ਚੁਣੋ। ਫਿਰ ਇਹ ਉਸ ਸੈਂਟਰ ਨੂੰ ਦਿਖਾਉਂਦਾ ਹੈ ਜਿੱਥੋਂ ਇਹ ਰੇਡੀਅਸ ਮੌਜੂਦ ਹੈ। ਸੋ ਰੇਡੀਅਸ ਮੈਂ 10 ਯੂਨਿਟਸ ਵਰਗਾ ਕੁਝ ਰੱਖਣਾ ਚਾਹਾਂਗਾ। ਫਿਰ ਕਲਿੱਕ ਓਕੇ। ਕਿਉਂਕਿ ਇਹ ਦੋਵੇਂ ਸਾਈਡ ਇੱਕ ਸਿਮੈਟ੍ਰਿਕ ਓਬਜੈਕਟ ਹੈ ਜੋ ਨੇਚਰਲੀ ਐਡਜਸਟ ਹੋ ਜਾਂਦੀ ਹੈ। ਇਹ ਉਹ ਤਰੀਕਾ ਹੈ ਜਿਸ ਨਾਲ ਤੁਸੀਂ ਇੱਕ ਸਟ੍ਰੇਟ ਸਲੋਟ ਬਣਾਉਂਦੇ ਹੋ। ਦੇਖੋਗੇ ਕਿ ਇਸ ਨੂੰ ਕੰਸਟਰਕਟ ਕਰਨ ਦਾ ਕੀ ਫਾਇਦਾ ਹੈ। ਅਸੀਂ ਉਸੇ ਕਾਈਂਡ ਦੀ ਥਿੰਗ ਦੀ ਵਰਤੋਂ ਡਰਾਇੰਗ ਲਾਈਨਾਂ ਡਰਾ ਕਰਕੇ ਕਰ ਸਕਦੇ ਹਾਂ।
ਫਿਰ ਆਰਕਸ ਬਣਾ ਕੇ ਦੁਬਾਰਾ ਇਹ ਲਾਈਨ ਡਰਾ ਕਰੋ ਅਤੇ ਆਰਕ ਸੈਮੀਸਰਕਲ ਦੁਆਰਾ ਬੰਦ ਕਰਕੇ ਵੀ ਅਸੀਂ ਅਜਿਹਾ ਕਰ ਸਕਦੇ ਹਾਂ। ਪਰ ਇੱਥੇ ਇੱਕ ਓਬਜੈਕਟ ਸਟ੍ਰੇਟ ਸਲੋਟ ਦੇ ਰੂਪ ਵਿੱਚ ਉਪਲਬਧ ਹੈ ਤਾਂ ਅਸੀਂ ਇਸ ਨੂੰ ਵਰਤ ਰਹੇ ਹਾਂ। ਫਿਰ ਐਸਕੇਪ ਦਬਾਓ ਤਾਂ ਜੋ ਡਾਇਮੈਂਸ਼ਨਸ ਅਸੀਂ ਹਮੇਸ਼ਾ ਜ਼ਿਕਰ ਕੀਤਾ ਹੈ ਜਿਵੇਂ ਕਿ 40 ਯੂਨਿਟਸ ਅਤੇ ਆਰ 10 ਯੂਨਿਟਸ ਹੁਣ ਉਸੇ ਸਟ੍ਰੇਟ ਸਲੋਟ ਵਿੱਚ ਹੁਣ ਅਸੀਂ ਸੈਂਟਰ ਪੁਆਇੰਟ ਸਟ੍ਰੇਟ ਸਲੋਟ ਵਰਗੀ ਕੋਈ ਚੀਜ਼ ਕਰ ਰਹੇ ਹਾਂ। ਇਹ ਉਦਾਹਰਨ ਅਸੀਂ ਇਸ ਮਾਊਸ ਦੀ ਵਰਤੋਂ ਕਰਨ ਤੇ ਗ੍ਰਿਪ ਬਣਾਉਣ ਲਈ ਤੇ ਵੈਰਾਈਟੀ ਆਪਸ਼ਨਜ਼ ਲਈ ਕਰ ਰਹੇ ਹਾਂ ਸੋਲਿਡ ਵਰਕਸ ਤੇ ਜੋ ਵੀ ਉਪਲਬਧ ਹੈ। ਹੁਣ ਸੈਂਟਰ ਪੁਆਇੰਟ ਨੂੰ ਸਟ੍ਰੇਟ ਸਲੋਟ ਕਲਿੱਕ ਕਰੋ। ਇਹ ਵੱਖ-ਵੱਖ ਕਾਈਂਡ ਦੇ ਆਪਸ਼ਨਜ਼ ਨੂੰ ਦਿਖਾਉਂਦਾ ਹੈ ਜਿਵੇਂ ਕਿ ਪਹਿਲਾ ਆਪਸ਼ਨ, ਦੂਜਾ ਆਪਸ਼ਨ, ਤੀਜਾ ਆਪਸ਼ਨ। ਹੁਣ ਪਹਿਲਾਂ ਇੱਕ ਸੈਂਟਰ ਪੁਆਇੰਟ ਚੁਣੋ। ਹੁਣ ਹੋ ਸਕਦਾ ਹੈ ਕਿ ਮੈਂ ਇਸ ਨੂੰ ਵੀ ਉਸੇ ਤਰ੍ਹਾਂ ਬਣਾਉਣਾ ਚਾਹਾਂ। ਫਿਰ ਆਪਣੇ ਮਾਊਸ ਨੂੰ ਹਿਲਾਓ। ਸੋ ਇਸ ਕਾਈਂਡ ਦੇ ਓਬਜੈਕਟਸ ਦੀ ਵਰਤੋਂ ਅਸੀਂ ਰਿਜਿਡ ਬੋਡੀ ਲਿੰਕਾਂ ਲਈ ਕਰਦੇ ਹਾਂ। ਹੋ ਸਕਦਾ ਹੈ ਕਿ 4 ਬਾਰ ਮਕੈਨਿਜ਼ਮ ਇਸ ਕਾਈਂਡ ਦੀਆਂ ਥਿੰਗ ਜੇ ਮੈਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਬਣਾਉਣਾ ਚਾਹੁੰਦਾ ਹਾਂ। ਫਿਰ ਇਹ ਲਿੰਕ ਕਾਈਂਡ ਦੇ ਓਬਜੈਕਟਸ ਹਮੇਸ਼ਾ ਮਦਦਗਾਰ ਹੁੰਦੇ ਹਨ ਜੋ ਕੀਵਰਡ ਨਾਮ ਦੇ ਹੇਠਾਂ ਸਟ੍ਰੇਟ ਸਲੋਟ ਉਪਲਬਧ ਹੁੰਦੇ ਹਨ। ਡਾਇਮੈਂਸ਼ਨ ਜੋ ਅਸੀਂ ਪਹਿਲਾਂ ਹੀ ਸਮਾਰਟ ਡਾਇਮੈਂਸ਼ਨ ਦੀ ਵਰਤੋਂ ਕਰਕੇ ਸਿੱਖ ਚੁੱਕੇ ਹਾਂ, ਮੈਂ ਇਸ ਨੂੰ ਹਮੇਸ਼ਾ ਐਡਜਸਟ ਕਰ ਸਕਦਾ ਹਾਂ। ਹੁਣ ਮੈਂ ਇੱਕ ਆਰਕ ਦੇ ਨਾਲ ਕੁਝ ਅਜਿਹਾ ਰੱਖਣਾ ਚਾਹਾਂਗਾ। ਮੈਂ ਉਸ ਕਾਈਂਡ ਦਾ ਲਿੰਕ ਮਕੈਨੀਕਲ ਲਿੰਕ ਬਣਾਉਣਾ ਚਾਹਾਂਗਾ। ਮੈਂ 3 ਪੁਆਇੰਟ ਆਰਕ ਸਲੋਟ, ਪਹਿਲਾ ਪੁਆਇੰਟ, ਦੂਜਾ ਪੁਆਇੰਟ, ਤੀਜਾ ਪੁਆਇੰਟ ਚੁਣਾਂਗਾ ਅਤੇ ਮੈਂ ਮੂਵ ਕਰਕੇ ਇਸਕੇਪ ਪ੍ਰੈਸ ਕਰਦਾ ਹਾਂ। ਇਸ ਲਈ ਆਰਕ ਦੇ ਨਾਲ ਵੀ ਅਸੀਂ ਕੰਸਟਰਕਟ ਕਰ ਸਕਦੇ ਹਾਂ। ਆਓ ਇਸ ਨੂੰ ਇੱਕ ਵਾਰ ਫਿਰ ਕਰੀਏ। 3 ਪੁਆਇੰਟ ਆਰਕ ਸਲੋਟ ਚੁਣੀਏ। ਆਬਜੈਕਟ ਜੋ ਵੀ ਚੀਜ਼ ਅਸੀਂ ਡਰਾ ਕਰਨੀ ਹੈ ਉਸ ਨੂੰ ਆਈਕਨ ਕਲਿੱਕ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਕਲਿੱਕ ਕਰੋ। ਪਹਿਲੇ ਪੁਆਇੰਟ ਨੂੰ ਕਿਤੇ ਪਿਕ ਕਰੋ। ਲੈਫਟ ਕਲਿੱਕ ਕਰੋ। ਰਾਈਟ ਕਲਿੱਕ ਕਰੋ। ਮਾਫ਼ ਕਰਨਾ, ਦੂਸਰਾ ਕਲਿੱਕ ਕਰੋ। ਤੀਜਾ ਕਲਿੱਕ ਕਰੋ। ਫਿਰ ਇਸ ਨੂੰ ਮੂਵ ਕਰੋ। ਹਰ ਸਮੇਂ ਲੈਫਟ ਕਲਿੱਕ, ਲੈਫਟ ਕਲਿੱਕ, ਲੈਫਟ ਕਲਿੱਕ ਸਹੀ ਢੰਗ ਨਾਲ ਐਡਜਸਟ ਕਰਨਾ ਜਿਸ ਨੇ ਇਸ ਕਾਈਂਡ ਦੇ ਲਿੰਕ ਬਣਾਏ ਹਨ। ਹੁਣ ਅਸੀਂ ਹੋਰ ਇੱਕ ਸੈਂਟਰ ਪੁਆਇੰਟ ਆਰਕ ਸਲੋਟ ਨੂੰ ਦੇਖਾਂਗੇ। ਦੁਬਾਰਾ ਆਰਕ ਤੇ ਜੋ ਅਸੀਂ ਕੰਸਟਰਕਟ ਕਰਨਾ ਚਾਹੁੰਦੇ ਹਾਂ। ਸੋ ਸਾਨੂੰ ਕਿਤੇ ਵੀ ਸਪੇਸੀਫਾਈ ਕਰਨਾ ਹੋਵੇਗਾ ਜਿਵੇਂ ਕਿ ਸੈਂਟਰ ਪਹਿਲਾ, ਦੂਜਾ, ਤੀਜਾ। ਫਿਰ ਮੂਵ। ਕਈ ਵਾਰ ਇਸਕੇਪ ਦਬਾਓ। ਸੋ ਸੈਂਟਰ ਦੇ ਸੰਬੰਧ ਵਿੱਚ ਅਸੀਂ ਇੱਕ ਆਰਕ ਕੰਸਟਰਕਟ ਕੀਤਾ ਹੈ। ਫਿਰ ਵਿਡਥ ਪਤਾ ਕਰਨ ਲਈ ਥਰਡ ਡਾਇਮੈਂਸ਼ਨ ਤੇ ਮੂਵ ਕਰਨਾ, ਮੂਵ ਅਤੇ ਕਲਿੱਕ ਕਰੋ। ਇਹ ਉਹ ਤਰੀਕਾ ਹੈ ਜਿਸ ਨਾਲ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ। ਹੁਣ ਜੇਕਰ ਮੈਂ ਇੱਕ ਲਾਈਨ ਦੀ ਵਰਤੋਂ ਕਰਨਾ ਚਾਹੁੰਦਾ ਹਾਂ, ਮੈਂ ਉੱਥੇ ਤੋਂ ਉੱਥੇ ਕਨੈਕਟ ਇੱਕ ਲਾਈਨ ਤੇ ਕਲਿੱਕ ਕਰਦਾ। ਹੁਣ ਤੁਸੀਂ ਇਸ ਨੂੰ ਉਸ ਨਾਲ ਜੁਆਇਨ ਕਰਦਾ ਹਾਂ। ਦੁਬਾਰਾ ਮੈਂ ਉਸ ਪੁਆਇੰਟ ਤੇ ਕਲਿੱਕ ਕਰਦਾ ਹਾਂ। ਹੁਣ ਮੈਂ ਇੱਕ ਟਰਾਇੰਗਲ ਵਾਂਗ ਬਣਾਉਣ ਲਈ ਇੱਕ ਹੋਰ ਲਾਈਨ ਦੀ ਵਰਤੋਂ ਕਰਨਾ ਚਾਹਾਂਗਾ। ਫਿਰ ਮੈਂ ਉਸ ਨੂੰ ਚੁਣਾਂਗਾ ਅਤੇ ਉਸ ਤੇ ਕਲਿੱਕ ਕਰਾਂਗਾ। ਜਦੋਂ ਵੀ ਤੁਸੀਂ ਉਸ ਸਕੈਚ ਲੋਕਲ ਸਕੈਚ ਮੋਡ ਤੋਂ ਬਾਹਰ ਆਉਣਾ ਚਾਹੁੰਦੇ ਹੋ, ਇਸਕੇਪ ਕਈ ਵਾਰ ਦਬਾਓ। 2 ਵਾਰ ਉਸ ਸਕੈਚ ਤੋਂ ਬਾਹਰ ਆਉਣ ਲਈ ਕਾਫੀ ਹੈ। ਤੁਸੀਂ ਅਜੇ ਵੀ ਸਕੈਚ ਮੋਡ ਤੇ ਹੋ ਪਰ ਉਹ ਲੋਕਲ ਲੈਵਲ ਜਿੱਥੇ ਤੁਸੀਂ ਡਰਾਇੰਗ ਕੀਤੀ ਤੁਸੀਂ ਬਾਹਰ ਆ ਰਹੇ ਹੋਵੋਗੇ। ਤਾਂ ਜੋ ਤੁਸੀਂ ਕੁਝ ਹੋਰ ਦੋ ਜਿਵੇਂ ਕਿ ਸਮਾਰਟ ਡਾਇਮੈਂਸ਼ਨ ਜਾਂ ਰੈਕਟੈਂਗਲ ਜਾਂ ਕਿਸੇ ਹੋਰ ਕਾਈਂਡ ਦੀਆਂ ਥਿੰਗ ਦੀ ਵਰਤੋਂ ਕਰ ਸਕੋ। ਹੁਣ ਮੈਂ ਇਸ ਡਰਾਇੰਗ ਨੂੰ ਸੇਵ ਨਹੀਂ ਕਰਨਾ ਚਾਹੁੰਦਾ ਸੀ ਤਾਂ ਮੈਂ ਤੁਰੰਤ ਇਸ ਤੇ ਕਲਿੱਕ ਮਾਰਕ ਕਰਦਾ ਹਾਂ। ਮੈਂ ਡਰਾਇੰਗ ਨੂੰ ਸੇਵ ਕਰਨਾ ਹੋਵੇ, ਫਿਰ ਨੇਚਰਲੀ ਫਾਈਲ ਤੇ ਜਾਓ, ਸੇਵ ਐਜ਼। ਹੁਣ ਮੈਂ ਪਹਿਲਾਂ ਹੀ ਪਾਰਟ 1 ਕੰਸਟਰਕਟ ਕਰ ਲਿਆ ਹੈ। ਹੁਣ ਮੈਂ ਕੀ ਕਰਾਂਗਾ? ਪਾਰਟ 2 ਡੀ ਡਰਾਇੰਗ ਅਤੇ ਨਾਮਾਂ ਵਿੱਚ ਲੜੀਵਾਰਤਾ ਦੀ ਵੀ ਸਿਫਾਰਿਸ਼ ਕੀਤੀ ਜਾਂਦੀ ਹੈ। ਹਮੇਸ਼ਾ ਲੋਅਰਕੇਸ ਲੈਟਰਜ਼ ਵਿੱਚ ਲਿਖੋ। ਇਹਨਾਂ ਸ਼ਬਦਾਂ ਵਿੱਚ ਕੋਈ ਸਪੇਸ ਨਾ ਵਰਤਣਾ ਬਿਹਤਰ ਹੈ ਜੋ ਅਸੀਂ ਵਰਤ ਰਹੇ ਹਾਂ। ਉਦਾਹਰਨ ਲਈ ਪਾਰਟ 2 ਸਪੇਸ 2D ਮੈਂ ਤੁਹਾਨੂੰ ਸਿਫਾਰਸ਼ ਨਹੀਂ ਕਰਾਂਗਾ ਕਿਉਂਕਿ ਇਹ ਸਪੇਸ ਯਾਦ ਰੱਖਣਾ ਥੋੜਾ ਮੁਸ਼ਕਲ ਹੋਵੇਗਾ। ਜੇਕਰ ਤੁਸੀਂ ਅਸਲ ਵਿੱਚ ਕੁਝ ਸਪੇਸ ਨਿਰਧਾਰਤ ਕਰਨਾ ਚਾਹੁੰਦੇ ਹੋ ਤਾਂ ਅੰਡਰਸਕੋਰ ਬਟਨ ਦੀ ਵਰਤੋਂ ਕਰਨੀ ਪਵੇਗੀ ਤਾਂ ਜੋ ਪਾਰਟ 2 ਅਤੇ 2D ਦੋਵਾਂ ਨੂੰ ਜੋੜਿਆ ਜਾ ਸਕੇ ਅਤੇ ਇਹ ਸਿਫਾਰਸ਼ ਕੀਤੀ ਜਾਵੇਗੀ ਜੇਕਰ ਤੁਸੀਂ ਹਰ ਚੀਜ਼ ਨੂੰ ਲੋਅਰਕੇਸ ਲੈਟਰ ਵਿੱਚ ਕਰਦੇ ਹੋ। ਪਾਰਟ 2 ਸਭ ਕੁਝ ਲੋਅਰਕੇਸ ਲੈਟਰ ਵਿੱਚ ਸ਼ੁਰੂ ਕਰਨਾ ਇੱਕ ਵਧੀਆ ਚੋਇਸ ਹੈ। ਸੋ ਸੇਵ ਕਰੋ। ਤਾਂ ਡਰਾਇੰਗ ਪੂਰੀ ਹੋਈ। ਮੈਂ ਇਸ ਨੂੰ ਬੰਦ ਕਰਨਾ ਚਾਹਾਂਗਾ। ਮੈਂ ਇਸ ਨੂੰ ਹਮੇਸ਼ਾ ਬੰਦ ਕਰ ਸਕਦਾ ਹਾਂ।
ਹੁਣ ਜੇਕਰ ਮੈਂ ਉਸ ਨੂੰ ਓਪਨ ਕਰਨਾ ਚਾਹਾਂ, ਇੱਥੇ ਪਾਰਟ 2D ਹੈ। ਓਪਨ ਕਰੋ। ਕਿਉਂਕਿ ਅਸੀਂ ਸੇਵ ਕੀਤੀ ਹੈ। ਜਦੋਂ ਅਸੀਂ ਉਸ ਸਕੈਚ ਮੋਡ ਤੇ ਕਲਿੱਕ ਕਰਦੇ ਹਾਂ ਜੋ ਉਸ ਤੋਂ ਬਾਹਰ ਆ ਰਿਹਾ ਹੈ, ਦੁਬਾਰਾ ਸੇਵ ਕਰਨਾ ਪਏਗਾ, ਅਸੀਂ ਇਸ ਨੂੰ ਸੇਵ ਨਹੀਂ ਕੀਤਾ। ਸੋ ਹੁਣ ਸਾਰੀ ਡਰਾਇੰਗ ਖੋ ਗਈ ਹੈ, ਇਸ ਲਈ ਹਮੇਸ਼ਾ ਸਕੈਚ ਮੋਡ ਤੋਂ ਬਾਹਰ ਆਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਫਿਰ ਡਰਾਇੰਗ ਨੂੰ ਸੇਵ ਕਰੋ ਅਤੇ ਬਾਅਦ ਵਿੱਚ ਤੁਸੀਂ ਇਸ ਨੂੰ ਦੁਬਾਰਾ ਖੋਲ੍ਹ ਸਕਦੇ ਹੋ। ਸਕੈਚ ਮੋਡ ਵਿੱਚ ਤੁਸੀਂ ਇਸ ਨੂੰ ਸੇਵ ਕਰ ਲਿਆ ਹੈ। ਇਸ ਦੇ ਬਾਅਦ ਤੁਸੀਂ ਸਕੈਚ ਮੋਡ ਤੋਂ ਬਾਹਰ ਆਏ ਅਤੇ ਸੇਵ ਕੀਤੇ ਬਿਨਾਂ ਜੇਕਰ ਤੁਸੀਂ ਇਸ ਮਾਰਕ ਵਿੱਚ ਕਲਿੱਕ ਕਰਦੇ ਹੋ, ਤਾਂ ਇਹ ਰੀਸੈਂਟ ਵਰਜ਼ਨ ਲੈ ਲੈਂਦਾ ਹੈ, ਜਿਵੇਂ ਤੁਸੀਂ ਪਹਿਲਾਂ ਹੀ ਸੇਵ ਕੀਤਾ ਹੈ। ਹੁਣ ਤੁਸੀਂ ਡਰਾਇੰਗ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜਿਸ ਦਾ ਮਤਲਬ ਹੈ ਕਿ ਕੁਝ ਵੀ ਸੇਵ ਨਾ ਕਰੋ ਤਾਂ ਜੋ ਇਹ ਸਭ ਕੁਝ ਡਿਲੀਟ ਕਰ ਦੇਵੇ। ਇਸ ਲਈ ਨਿਯਮਤ ਥਿੰਗ ਤੇ ਡਰਾਇੰਗ ਨੂੰ ਸੇਵ ਕਰਨ ਲਈ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ਡਰਾਇੰਗ ਨੂੰ ਸੇਵ ਕਰਨ ਲਈ ਹਮੇਸ਼ਾ ਸਕੈਚ ਮੋਡ ਤੋਂ ਬਾਹਰ ਆਓ। ਹੁਣ ਮੈਂ ਇੱਕ ਨਵੀਂ ਡਰਾਇੰਗ ਸ਼ੁਰੂ ਕਰਨਾ ਚਾਹਾਂਗਾ, ਇਸ ਲਈ ਨਿਊ ਪਾਰਟ ਨਾਲ ਸ਼ੁਰੂ ਕਰੋ। ਠੀਕ ਹੈ। ਹੁਣ ਕਿਸੇ ਵੀ ਨਵੀਂ ਡਰਾਇੰਗ ਲਈ ਸਾਨੂੰ ਫਰੰਟ ਪਲੇਨ ਤੇ ਜਾਣਾ ਪਏਗਾ। ਨੋਰਮਲ ਤੋਂ ਇੱਥੇ ਕਲਿੱਕ ਕਰੋ। ਹੁਣ ਅਸੀਂ ਲਾਈਨ, ਰੈਕਟੈਂਗਲ, ਸਟ੍ਰੇਟ ਸਲੋਟ ਬਾਰੇ ਸਿੱਖਿਆ ਹੈ। ਹੁਣ ਮੈਂ ਇਸ 2D ਸ਼ੀਟ ਤੇ ਇੱਕ ਸਰਕਲ ਬਣਾਉਣਾ ਚਾਹਾਂਗਾ। ਇਸ ਲਈ ਇਸ ਪਰਪਸ ਲਈ ਮੈਨੂੰ ਕੀ ਕਰਨਾ ਹੈ, ਇਸ ਬਟਨ ਤੇ ਕਲਿੱਕ ਕਰੋ। ਸਰਕਲ। ਹੁਣ ਕਿਸੇ ਵੀ ਸਰਕਲ ਨੂੰ ਡਰਾ ਕਰਨ ਲਈ ਆਈਕਨ ਕਹਿੰਦਾ ਹੈ ਕਿ ਤੁਹਾਨੂੰ ਸੈਂਟਰ ਪੁਆਇੰਟ ਵਰਗਾ ਕੁਝ ਚੁਣਨਾ ਹੈ ਅਤੇ ਰੇਡੀਅਸ ਵਰਗਾ ਕੁਝ ਹੈ। ਸੋ ਇਸ ਪਰਪਸ ਲਈ ਅਸੀਂ ਇਸ ਸਮੇਂ ਕੀ ਕਰਨ ਜਾ ਰਹੇ ਹਾਂ? ਠੀਕ ਹੈ, ਮੇਰੇ ਹੱਥ ਮਾਊਸ ਨੂੰ ਨਹੀਂ ਛੂਹ ਰਹੇ ਹਨ, ਪਰ ਮੈਂ ਪਹਿਲਾਂ ਹੀ ਉਸ ਸਰਕਲ ਆਈਕਨ ਤੇ ਕਲਿੱਕ ਕਰ ਚੁੱਕਾ ਹਾਂ, ਇਸ ਲਈ ਇਹ ਅਜੇ ਵੀ ਉਸ ਮਾਨੀਟਰ ਤੇ ਕਾਇਮ ਹੈ। ਹੁਣ ਮੈਨੂੰ ਕੀ ਕਰਨਾ ਹੈ? ਕਿਸੇ ਇੱਕ ਪੁਆਇੰਟ ਤੇ ਲੈਫਟ ਕਲਿੱਕ ਕਰੋ। ਇਸ ਲਈ ਸੈਂਟਰ ਚੁਣਿਆ ਗਿਆ ਹੈ। ਹੁਣ ਆਪਣੇ ਸਰਕਲ ਨੂੰ ਕਿਸੇ ਹੋਰ ਲੋਕੇਸ਼ਨ ਤੇ ਲੈ ਜਾਓ। ਇਸ ਦਾ ਮਤਲਬ ਹੈ ਕਿ ਅਸੀਂ ਰੇਡੀਅਸ ਸਪੈਸੀਫਾਈ ਕਰ ਰਹੇ ਹਾਂ। ਉਸ ਤੇ ਕਲਿੱਕ ਕਰੋ। ਹੁਣ ਅਸੀਂ ਸਰਕਲ ਪੂਰਾ ਕਰ ਲਿਆ ਹੈ। ਪਰ ਫਿਰ ਵੀ ਤੁਹਾਡਾ ਮਾਊਸ ਜੇਕਰ ਤੁਸੀਂ ਮੂਵ ਕਰ ਰਹੇ ਹੋ ਤਾਂ ਅਜੇ ਵੀ ਇਸ ਸਰਕਲ ਮੋਡ ਵਿੱਚ ਹੈ। ਇਸ ਦਾ ਮਤਲਬ ਹੈ ਕਿ ਜੇਕਰ ਮੈਂ ਇੱਕ ਹੋਰ ਸਰਕਲ ਬਣਾਉਣਾ ਚਾਹੁੰਦਾ ਹਾਂ, ਉਦਾਹਰਨ ਲਈ ਇਸ ਪੁਆਇੰਟ ਦੀ ਵਰਤੋਂ ਕਰਕੇ, ਮੈਂ ਇੱਕ ਹੋਰ ਬਣਾਉਣਾ ਚਾਹਾਂਗਾ, ਮੈਂ ਅਜੇ ਵੀ ਇਸ ਨੂੰ ਵਰਤ ਸਕਦਾ ਹਾਂ। ਮੈਂ ਸਰਕਲ ਮੋਡ ਤੋਂ ਬਾਹਰ ਆਉਣਾ ਚਾਹਾਂਗਾ, ਫਿਰ 2 ਵਾਰ ਐਸਕੇਪ ਦਬਾਓ। ਇੱਕ ਵਾਰ ਜਦੋਂ ਪ੍ਰੈਸ ਕੀਤਾ ਤਾਂ ਤੁਸੀਂ ਉਸ ਸਰਕਲ ਮੋਡ ਤੋਂ ਬਾਹਰ ਹੋ ਗਏ ਹੋ। ਹੁਣ ਮੈਂ ਇਹਨਾਂ ਸੰਖਿਆਵਾਂ ਨੂੰ ਦੁਬਾਰਾ ਰੀਅਲਾਈਨ ਕਰਨ ਲਈ ਸਮਾਰਟ ਡਾਇਮੈਂਸ਼ਨ ਦੀ ਵਰਤੋਂ ਕਰਨਾ ਚਾਹਾਂਗਾ। ਇਸ ਲਈ ਸਮਾਰਟ ਡਾਇਮੈਂਸ਼ਨ ਚੁਣੋ। ਉਸ ਸਰਕਲ ਤੇ ਕਲਿੱਕ ਕਰੋ ਤਾਂ ਇਹ ਉਸ ਸਰਕਲ ਦੇ ਡਾਇਆਮੀਟਰ ਵਰਗਾ ਕੁਝ ਦਿਖਾਉਂਦਾ ਹੈ। ਜੇਕਰ ਤੁਸੀਂ ਸਾਡੇ ਪੁਰਾਣੇ ਲੈਕਚਰਾਂ ਨੂੰ ਯਾਦ ਕਰਦੇ ਹੋ, ਜਦੋਂ ਵੀ ਅਸੀਂ ਡਾਇਆਮੀਟਰ ਵਰਗੀ ਕੋਈ ਪਿਕਚਰ ਵਰਤਦੇ ਹਾਂ ਤਾਂ ਸਿੰਬਲ ਫਾਈ ਸਾਹਮਣੇ ਵਿੱਚ ਆਉਂਦਾ ਹੈ। ਅਤੇ ਉਹੀ ਸਿੰਬਲ, ਉਹੀ ਟਰਮੀਨੋਲੋਜੀ ਇੱਥੇ ਸਾਫਟਵੇਅਰ ਤੇ ਵੀ ਅਸੀਂ ਦੇਖ ਰਹੇ ਹਾਂ। ਹੁਣ ਮੈਂ ਇੰਟਰਨਲੀ ਡਾਇਆਮੀਟਰ ਦੇਣਾ ਚਾਹਾਂਗਾ। ਇਸ ਲਈ ਇਸ ਪਰਪਸ ਲਈ ਮੈਂ ਇੱਕ ਚੀਜ਼ ਕਰਨ ਜਾ ਰਿਹਾ ਹਾਂ ਜੋ ਅਸੀਂ ਆਪਣੇ ਪਹਿਲੇ ਲੈਕਚਰਾਂ ਵਿੱਚ ਸਿੱਖਿਆ ਹੈ, ਸਾਨੂੰ ਇਸ ਕਿਸਮ ਦਾ ਡਾਇਮੈਂਸ਼ਨ ਨਹੀਂ ਦੇਣਾ ਚਾਹੀਦਾ, ਜਿੱਥੇ ਤੁਹਾਡਾ ਐਰੋ ਦੂਜੇ ਸਰਕਲ ਨੂੰ ਛੂਹਣ ਜਾ ਰਿਹਾ ਹੈ ਅਤੇ ਇਹ ਪਿਕਚਰ ਨਾਲ ਬੇਲੋੜੀ ਐਂਬੀਗੁਇਟੀ ਪੈਦਾ ਕਰਦਾ ਹੈ। ਉਸ ਪਰਪਸ ਲਈ ਤੁਹਾਨੂੰ ਧਿਆਨ ਨਾਲ ਆਪਣੇ ਮਾਊਸ ਨੂੰ ਹਿਲਾਉਣਾ ਹੋਵੇਗਾ, ਤਾਂ ਜੋ ਤੁਸੀਂ ਉਸ ਢੁਕਵੇਂ ਡਾਇਆਮੀਟਰ ਨੂੰ ਚੁਣ ਕੇ ਕਲਿੱਕ ਕਰ ਸਕੋ। ਹੁਣ ਤੁਸੀਂ 75 ਮਿਲੀਮੀਟਰ ਵਰਗਾ ਕੁਝ ਦੇਣਾ ਚਾਹੋਗੇ। ਇਸ ਲਈ ਅਸੀਂ 75 ਮਿਲੀਮੀਟਰ ਦੀ ਵਰਤੋਂ ਕਰ ਰਹੇ ਹਾਂ। ਠੀਕ ਹੈ। ਫਿਰ ਐਸਕੇਪ ਦਬਾਓ ਤਾਂ ਕਿ ਤੁਹਾਡਾ ਸਰਕਲ 75 ਮਿਲੀਮੀਟਰ ਦਾ ਹੋ ਜਾਵੇ। ਹੁਣ ਦੂਜੇ ਸਰਕਲ ਨੂੰ ਮੈਂ ਐਡਜਸਟ ਕਰਨਾ ਚਾਹਾਂਗਾ। ਇਸ ਲਈ ਸਮਾਰਟ ਡਾਇਮੈਂਸ਼ਨ ਕਲਿੱਕ, ਜੋ ਮੈਂ ਇੰਟਰਨਲ ਨਹੀਂ ਦੇਣਾ ਚਾਹੁੰਦਾ ਹਾਂ, ਕਿਉਂਕਿ ਹੁਣ ਡਾਇਮੈਂਸ਼ਨ ਦੇ ਰੂਪ ਵਿੱਚ ਇੱਕ ਐਂਬੀਗੁਇਟੀ ਹੈ। ਮੈਂ ਉਸ ਮਕਸਦ ਲਈ ਇੱਥੋਂ ਬਾਹਰ ਜਾਣਾ ਚਾਹਾਂਗਾ। ਮੈਨੂੰ ਕੀ ਕਰਨਾ ਹੋਏਗਾ? ਮਾਊਸ ਨੂੰ ਉਸ ਡਰਾਇੰਗ ਤੋਂ ਬਾਹਰ ਮੂਵ ਕਰੋ। ਕਿਸੇ ਵੀ ਬਟਨ ਤੇ ਕਲਿੱਕ ਨਾ ਕਰੋ, ਬਸ ਆਪਣਾ ਮਾਊਸ ਹਿਲਾਓ। ਹੁਣ ਜੇ ਮੈਂ ਬਹੁਤ ਲੰਬੀ ਲੈਂਥ ਡਰਾ ਕਰਦਾ ਹਾਂ, ਤਾਂ ਇਹ ਕੇਵਲ ਇੱਕ ਕਾਇੰਡ ਦਾ ਐਰੋ ਦਿਖਾਉਂਦਾ ਹੈ। ਜੇ ਮੈਂ ਇਸ ਡਾਇਰੈਕਸ਼ਨ ਵਿੱਚ ਆਉਂਦਾ ਹਾਂ ਤਾਂ ਇਹ ਡਾਇਆਮੀਟਰ ਇਦਾਂ ਦਿਖਾਉਂਦਾ ਹੈ, ਜਿੱਥੇ ਮੈਂ ਹਮੇਸ਼ਾ 25 ਯੂਨਿਟਸ ਵਰਗਾ ਕੁਝ ਦੇ ਸਕਦਾ ਹਾਂ। ਅਤੇ ਕਲਿੱਕ ਓਕੇ, ਫਿਰ ਐਸਕੇਪ ਦਬਾਓ। ਇਹ ਉਹ ਤਰੀਕਾ ਹੈ ਜਿਸ ਨਾਲ ਅਸੀਂ ਸੈਂਟਰ ਬੇਸ ਸਰਕਲਸ ਦੀ ਵਰਤੋਂ ਕਰਕੇ ਡਾਇਮੈਂਸ਼ਨਿੰਗ ਦੇ ਸਕਦੇ ਹਾਂ। ਹੁਣ ਅਸੀਂ ਇੱਕ ਹੋਰ ਉਦਾਹਰਨ ਦੇਖਦੇ ਹਾਂ। ਉਸੇ ਸਰਕਲ ਵਿੱਚ ਸਾਡੇ ਕੋਲ ਪਰੀਮੀਟਰ ਸਰਕਲ ਵਰਗੀ ਕੋਈ ਚੀਜ਼ ਹੈ। ਆਓ ਅਸੀਂ ਉਸ ਪਰੀਮੀਟਰ ਸਰਕਲ ਨੂੰ ਕਲਿੱਕ ਕਰੀਏ ਅਤੇ ਵੇਖੀਏ ਕਿ ਇਹ ਕੀ ਕਰ ਰਿਹਾ ਹੈ। ਜੇਕਰ ਤੁਸੀਂ ਲੈਫਟ ਹੈਂਡ ਸਾਈਡ ਦੇਖ ਰਹੇ ਹੋ, ਤਾਂ ਇੱਥੇ 2 ਥਿੰਗ ਹਨ, ਜਿਵੇਂ ਕਿ ਪਹਿਲੀ ਸੈਂਟਰ ਅਤੇ ਰੇਡੀਅਸ ਹੈ। ਦੂਜਾ ਕੁਝ 3 ਪੁਆਇੰਟਸ ਹਨ ਜਿਨ੍ਹਾਂ ਦੇ
ਆਲੇ ਦੁਆਲੇ ਇਹ ਸਰਕਲ ਲੰਘ ਰਿਹਾ ਹੈ। ਤੁਸੀਂ 3 ਵੱਖ-ਵੱਖ ਪੁਆਇੰਟਸ ਨੂੰ ਚੁਣਦੇ ਹੋ ਜਿਨ੍ਹਾਂ ਦੇ ਦੁਆਲੇ ਅਸੀਂ ਇੱਕ ਸਰਕਲ ਬਣਾਉਣ ਜਾ ਰਹੇ ਹਾਂ। ਮੈਨੂਅਲ ਡਰਾਇੰਗ ਵਿੱਚ ਸਾਡੇ ਕੋਲ ਟੈਂਜੈਂਟਸ ਅਤੇ ਹੋਰ ਚੀਜ਼ਾਂ ਦੀ ਵਰਤੋਂ ਕਰਕੇ ਉਸ 3 ਪੁਆਇੰਟਸ ਦੇ ਸਰਕਲ ਨੂੰ ਕੰਸਟਰਕਟ ਕਰਨ ਲਈ ਇੱਕ ਵਿਸ਼ੇਸ਼ ਮੇਥਡ ਹੈ। ਪਰ ਇੱਥੇ ਸੌਫਟਵੇਅਰ ਅਸਲ ਵਿੱਚ ਲੈਸ ਕਰਦਾ ਹੈ ਕਿ ਵੱਖ-ਵੱਖ ਕਾਈਂਡ ਦੇ ਐਲਗੋਰਿਦਮ ਇਹਨਾਂ ਡੇਟਾ ਪੁਆਇੰਟਸ ਨੂੰ ਮਿਨੀਮਾਈਜ਼ ਕਰਕੇ ਉਸ ਦੇ ਦੁਆਲੇ ਇੱਕ ਸਰਕਲ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਸੀਂ ਸਰਫੇਸ ਮਾਡਲਿੰਗ ਬਾਰੇ ਕੁਝ ਸਿੱਖਿਆ ਹੈ ਜਿਵੇਂ ਕਿ ਅਸੀਂ ਕਰਵ ਮਾਡਲਿੰਗ ਬਾਰੇ ਵੀ ਕੁਝ ਸਿੱਖਿਆ ਹੈ। ਸੋ ਕਿਉਂਕਿ ਹੁਣ ਅਸੀਂ 3 ਵੱਖ-ਵੱਖ ਡੇਟਾ ਪੁਆਇੰਟਸ ਨੂੰ ਚੁੱਕ ਰਹੇ ਹਾਂ, ਇਹ ਮੰਨਣ ਦੀ ਕੋਸ਼ਿਸ਼ ਕਰਦਾ ਹੈ ਕਿ x - a ਹੋਲ ਸਕੁਏਅਰ ਪਲੱਸ y - b ਹੋਲ ਸਕੁਏਅਰ c ਸਕੁਏਅਰ ਦੇ ਇਕੁਅਲ ਹੈ। ਉਸ ਦੇ ਬੇਸ ਤੇ ABC 3 ਡਿਫਰੈਂਟ ਪੁਆਇੰਟਸ ਲਈ ਇਹ ਅਨੁਕੂਲਿਤ ਕਰਦਾ ਹੈ ਅਤੇ ਪ੍ਰਦਾਨ ਕਰਦਾ ਹੈ ਕਿ ਉਸ ਸਰਕਲ ਦਾ ਸੈਂਟਰ ਕੀ ਹੋਣਾ ਚਾਹੀਦਾ ਹੈ ਜਿੱਥੇ ਬਿਲਕੁਲ ਸਰਕਲ ਲੰਘਣਾ ਹੈ। ਮੈਨੂਅਲ ਡਰਾਇੰਗ ਤੇ ਅਸੀਂ ਇਸ ਨੂੰ ਡਰਾ ਕਰਨ ਲਈ ਇੱਕ ਜਿਓਮੈਟ੍ਰਿਕ ਪ੍ਰੋਸੀਜਰ ਬਣਾਉਣ ਜਾ ਰਹੇ ਹਾਂ। ਪਰ ਮੈਂ ਸਾਫਟਵੇਅਰ ਲੈਵਲ ਜੋ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਹੈ ਕਿ ਸਿੱਧੇ ਤਰੀਕੇ ਨਾਲ ਉੱਚ ਮੈਥਮੈਟਿਕਲ ਫੰਕਸ਼ਨ ਮਿਨੀਮਾਈਜ਼। ਇਹ ਪੂਰੀ ਇਕੁਏਸ਼ਨਸ ਇਸ ਗੱਲ ਤੇ ਬੇਸ ਹਨ ਕਿ ABC ਵੈਲਿਊਜ਼ ਕੀ ਹੋਣੇ ਚਾਹੀਦੇ ਹਨ। ਇਸ ਤਰ੍ਹਾਂ ਜ਼ਿਆਦਾਤਰ ਸੌਫਟਵੇਅਰ ਕੰਮ ਕਰਦੇ ਹਨ। ਹੁਣ ਅਸੀਂ ਉਸ ਅੰਦਰੂਨੀ ਸਟਰਕਚਰ ਦੀ ਵਰਤੋਂ ਕਰ ਰਹੇ ਹਾਂ। ਹਾਲਾਂਕਿ ਅਸੀਂ ਨਹੀਂ ਜਾਣਦੇ ਕਿ ਕੀ ਹੋ ਰਿਹਾ ਹੈ ਪਰ ਉਹ ਬੈਕਐਂਡ ਪ੍ਰਾਪਤ ਕਰੋ। ਕਿਉਂਕਿ ਇੱਕ ਪ੍ਰੋਫੈਸ਼ਨਲ ਇੰਜੀਨੀਅਰ ਸਿਰਫ ਆਪਸ਼ਨਸ ਤੇ ਕਲਿੱਕ ਕਰਨ ਦੀ ਸਥਿਤੀ ਵਿੱਚ ਹੋਵੇਗਾ, ਡਰਾ ਕਰਨ ਦੀ ਕੋਸ਼ਿਸ਼ ਕਰੋ। ਪਰ ਸੌਫਟਵੇਅਰ ਦੇ ਬੈਕਐਂਡ ਤੇ ਇਹ ਕੀ ਕਰਦਾ ਹੈ, ਇਹ ਇਸ ਮੈਥਮੈਟਿਕਲ ਫੰਕਸ਼ਨਸ ਦੀ ਵਰਤੋਂ ਕਰਦਾ ਹੈ ਕਰਵ ਨੂੰ ਫਿੱਟ ਕਰਨ ਅਤੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਫਿਰ ਤੁਸੀਂ ਇਸ ਨੂੰ ਦੁਬਾਰਾ GUI ਦੇ ਰੂਪ ਵਿੱਚ ਪ੍ਰਾਪਤ ਕਰੋਗੇ। ਹੁਣ ਅਸੀਂ ਉਸ ਪਰਿਮੀਟਰ ਸਰਕਲ ਨੂੰ ਲੈਂਦੇ ਹਾਂ, 3 ਪੁਆਇੰਟਸ ਨੂੰ ਚੁਣਨਾ ਹੈ, ਇਸ ਲਈ ਪਹਿਲੇ ਪੁਆਇੰਟ ਤੇ ਫਿਰ ਦੂਜੇ ਪੁਆਇੰਟ ਤੇ ਕਲਿੱਕ ਕਰੋ। ਮੈਂ ਚਾਹਾਂਗਾ ਕਿ ਤੀਸਰਾ ਪੁਆਇੰਟ ਇੱਥੇ ਕਿਤੇ ਵੀ ਹੋਵੇ। ਫਿਰ ਏਸਕੇਪ ਦਬਾਓ। ਕਿਉਂਕਿ ਜਦੋਂ ਮੈਂ ਪਹਿਲਾ ਪੁਆਇੰਟ, ਦੂਜਾ ਪੁਆਇੰਟ, ਤੀਜਾ ਪੁਆਇੰਟ ਚੁਣਦਾ ਹਾਂ ਤਾਂ ਮੇਰੇ ਕੋਲ ਕੋਈ ਕੰਟਰੋਲ ਨਹੀਂ ਹੁੰਦਾ ਕਿ ਰੇਡੀਅਸ ਕੀ ਹੋਣਾ ਚਾਹੀਦਾ ਹੈ। ਮੈਂ ਇਸ ਨੂੰ ਕੰਟਰੋਲ ਨਹੀਂ ਕਰ ਸਕਦਾ। ਮੈਂ ਇਹ ਵੀ ਕੰਟਰੋਲ ਨਹੀਂ ਕਰ ਸਕਦਾ ਕਿ ਸੈਂਟਰ ਕੀ ਹੋਣਾ ਚਾਹੀਦਾ ਹੈ। ਕਿਉਂਕਿ ਇਹ ਉਸ ਮੈਥਮੈਟਿਕਲ ਫਰੇਮਵਰਕ ਤੋਂ ਬਾਹਰ ਆਉਣ ਵਾਲੇ ਆਉਟਪੁੱਟ ਹਨ। ਇਸ ਲਈ ਤੁਹਾਡਾ ਸੌਫਟਵੇਅਰ ਤੁਹਾਨੂੰ ਇਹ ਦਿੰਦਾ ਹੈ ਕਿ ਸਰਕਲ ਦਾ ਸੈਂਟਰ ਕਿੱਥੇ ਹੋਣਾ ਚਾਹੀਦਾ ਹੈ ਅਤੇ ਉਹ ਰੇਡੀਅਸ ਕੀ ਹੋਣਾ ਚਾਹੀਦਾ ਹੈ। ਹੁਣ ਮੈਂ ਸਮਾਰਟ ਡਾਇਮੈਂਸ਼ਨ ਦੀ ਵਰਤੋਂ ਕਰਕੇ ਇਸ ਓਬਜੈਕਟ ਨੂੰ ਥੋੜਾ ਵੱਡਾ ਜਾਂ ਛੋਟਾ ਬਣਾਉਣਾ ਚਾਹਾਂਗਾ। ਆਓ ਦੇਖੀਏ ਕਿ ਕੀ ਇਹ ਅਸਲ ਵਿੱਚ ਅਜਿਹਾ ਕਰਦਾ ਹੈ ਜਾਂ ਨਹੀਂ। ਮੈਂ ਕੀ ਕਰਾਂਗਾ, ਸਮਾਰਟ ਡਾਇਮੈਂਸ਼ਨ ਪਿਕ ਕਰੋ। ਜਦੋਂ ਮੈਂ ਅਜਿਹਾ ਹਾਂ ਕਿ ਇਹ ਤੁਰੰਤ ਮੈਨੂੰ ਡਾਇਆਮੀਟਰ ਦਿਖਾਉਂਦਾ ਹੈ। ਇਸ ਦਾ ਮਤਲਬ ਹੈ ਕਿ ਭਾਵੇਂ ਮੈਂ 3 ਪੁਆਇੰਟ ਸਰਕਲ ਡਰਾ ਕਰਨ ਜਾ ਰਿਹਾ ਹਾਂ, ਕਹਿ ਲਓ ਕਿ ਇਹ ਸੈਂਟਰ ਹੋਣਾ ਚਾਹੀਦਾ ਹੈ, ਇਹ ਕਰਵ ਮੰਨਿਆ ਜਾਣਾ ਚਾਹੀਦਾ ਹੈ ਜੋ ਕਿ ਇਸ ਵਿੱਚੋਂ ਲੰਘਦਾ ਹੋਵੇ। ਜੇਕਰ ਮੈਂ ਇਸ ਪਹਿਲੇ ਫਰੰਟ ਤੇ ਐਡਜਸਟ ਕਰਨ ਜਾ ਰਿਹਾ ਹਾਂ ਤਾਂ ਇਹ ਡਾਇਮੈਂਸ਼ਨ ਇਹ ਹਨ। ਪਰ ਆਓ ਅਸੀਂ ਕੋਸ਼ਿਸ਼ ਕਰੀਏ ਕਿ ਕੀ ਅਸਲ ਵਿੱਚ ਡਾਇਮੈਂਸ਼ਨ ਧਿਆਨ ਰੱਖਦਾ ਹੈ ਜਾਂ ਨਹੀਂ। ਮੈਨੂੰ 44 ਯੂਨਿਟਸ ਨਹੀਂ ਚਾਹੀਦੇ ਪਰ 20 ਯੂਨਿਟਸ ਵਰਗਾ ਕੁਝ ਜੋ ਮੈਂ ਅਸਲ ਵਿੱਚ ਸਪੇਸੀਫਾਈ ਕਰਨਾ ਚਾਹਾਂਗਾ। ਫਿਰ ਜੇਕਰ ਮੈਂ 20 ਯੂਨਿਟ ਸਪੇਸੀਫਾਈ ਕਰਾਂ ਤਾਂ ਇਹ ਐਡਜਸਟ ਹੋ ਜਾਂਦਾ ਹੈ। ਹੁਣ ਉਹ 3 ਪੁਆਇੰਟਸ ਹੁਣ 3 ਪੁਆਇੰਟਸ ਨਹੀਂ ਰਹੇ ਹਨ। ਪਰ ਇਸ ਨੇ ਜੋ ਕੀਤਾ ਹੈ ਉਹ ਸੈਂਟਰ ਨੂੰ ਫਿਕਸ ਕਰਨ ਲਈ ਇਕੁਏਸ਼ਨ ਨੂੰ ਅਨੁਕੂਲ ਬਣਾਉਣ ਲਈ ਉਹਨਾਂ 3 ਪੁਆਇੰਟਸ ਦੀ ਵਰਤੋਂ ਕਰ ਰਿਹਾ ਹੈ। ਹੁਣ ਇੱਕ ਵਾਰ ਜਦੋਂ ਸੈਂਟਰ ਦੇ ਕਿਸੇ ਵੀ ਪੁਆਇੰਟ ਤੋਂ ਤੁਸੀਂ ਇੱਕ ਸਰਕਲ ਡਰਾ ਕਰਨ ਜਾ ਰਹੇ ਹੋ, ਹੁਣ ਇਸ ਉੱਤੇ ਤੁਸੀਂ ਐਡੀਸ਼ਨਲ ਕਨਸਟਰੇਂਟ ਲਗਾਉਣਾ ਚਾਹੁੰਦੇ ਹੋ। ਮੈਨੂੰ ਇਹ ਸਰਕਲ ਨਹੀਂ ਚਾਹੀਦਾ ਹੈ ਪਰ ਇੱਕ ਸਰਕਲ ਵਿੱਚ 20 ਯੂਨਿਟਸ ਦੇ ਡਾਇਮੈਂਸ਼ਨ ਹੋਣੇ ਚਾਹੀਦੇ ਹਨ। ਫਿਰ ਨੈਚਰਲੀ ਸੌਫਟਵੇਅਰ ਕਰਦਾ ਹੈ ਕਿਉਂਕਿ ਹੁਣ ਤੁਸੀਂ ਦੁਬਾਰਾ ਆਪਣਾ ਵਿਊ ਬਦਲ ਰਹੇ ਹੋ, ਇਸ ਲਈ ਉਸ ਸੈਂਟਰ ਨੂੰ ਰੱਖੋ। ਮੈਂ ਇਸ ਸਰਕਲ ਨੂੰ 20 ਯੂਨਿਟਸ 20 ਡਾਇਆਮੀਟਰ ਵਿੱਚ ਐਡਜਸਟ ਕਰਨ ਜਾ ਰਿਹਾ ਹਾਂ। ਸੋ ਇਹ ਅਨਕੋਨਸਟਰਕਟਡ ਰਹਿੰਦਾ ਹੈ। ਕੀ ਤੁਹਾਨੂੰ ਯਾਦ ਹੈ ਕਿ ਅਸੀਂ ਉਸ 3 ਪੁਆਇੰਟ ਸਰਕਲ ਨੂੰ ਮੈਨੂਅਲ ਲੈਵਲ ਤੇ ਕਿਵੇਂ ਬਣਾਇਆ ਹੈ? ਉਹਨਾਂ ਪੁਆਇੰਟਸ ਤੋਂ ਅਸੀਂ ਆਰਕ ਡਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸੈਕਟਰਾਂ ਕੰਸਟਰਕਟ ਕਰਦੇ ਹਾਂ ਅਤੇ ਨਾਰਮਲ ਡਰਾ ਕਰਦੇ ਹਾਂ ਜਿੱਥੇ ਇਹ ਨਾਰਮਲ ਇੰਟਰਸੈਕਟਿੰਗ ਕਰਦੇ ਹਨ। ਫਿਰ ਅਸੀਂ ਸੈਂਟਰ ਲੱਭਦੇ ਹਾਂ ਜੋ ਕਿ ਜਿਓਮੈਟ੍ਰਿਕ ਰਿਪਰੈਜ਼ੈਂਟੇਸ਼ਨ ਹੈ ਪਰ ਮੈਥਮੈਟਿਕਲ ਲੈਵਲ ਇਹ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ। ਤਾਂ ਜਦੋਂ ਤੁਸੀਂ ਸੌਫਟਵੇਅਰ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਹਮੇਸ਼ਾ ਵਾਪਸ ਜਾਓ, ਜਾਂਚ ਕਰੋ ਕਿ ਹੱਥ ਨਾਲ ਡਰਾਇੰਗ ਦੁਆਰਾ ਇੱਕ ਜਿਓਮੈਟ੍ਰੀਕਲ ਕੰਸਟਰਕਸ਼ਨ ਕਿਵੇਂ ਕੀਤਾ ਹੈ ਅਤੇ ਇਹ ਸਾਫਟਵੇਅਰ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ ਜੋ ਪਿਕਚਰਸ ਨੂੰ ਬਣਾਉਣ ਦੇ ਜਿਓਮੈਟ੍ਰੀਕਲ ਤਰੀਕਿਆਂ ਅਤੇ ਮੈਥਮੈਟਿਕਲ ਫੰਕਸ਼ਨਸ ਦੇ ਰੂਪ ਵਿੱਚ ਫਲੇਵਰ ਦਿੰਦਾ ਹੈ ਜੋ ਸ਼ਾਇਦ ਇਸ ਨੂੰ ਬਣਾਉਣ ਲਈ ਵਰਤ ਰਹੇ ਹਨ। ਪਲੇਨ ਜਿਓਮੈਟਰੀ ਦੀ ਬਜਾਏ ਕੋਆਰਡੀਨੇਟ ਜਿਓਮੈਟਰੀ ਤੇ ਆਧਾਰਿਤ ਜ਼ਿਆਦਾ ਪਸੰਦ ਹੈ। ਵਧੀਆ। ਹੁਣ ਅਸੀਂ ਆਰਕ ਦਾ ਸਿਰਫ ਇੱਕ ਪਾਰਟ ਬਣਾਉਣਾ ਚਾਹਾਂਗੇ ਜੋ ਪੂਰਾ ਸਰਕਲ ਨਹੀਂ ਹੈ ਤਾਂ ਜੋ ਇਹ ਆਪਸ਼ਨ ਸੋਲਿਡ ਵਰਕਸ ਤੇ ਵੀ ਉਪਲਬਧ ਹੋਵੇ। ਸੋ ਸੈਂਟਰ ਪੁਆਇੰਟ ਆਰਕ ਚੁਣੋ, ਪਹਿਲਾਂ ਵਾਲਾ
ਸੈਂਟਰ ਪੁਆਇੰਟ ਆਰਕ ਤਾਂ ਸਭ ਤੋਂ ਪਹਿਲਾਂ ਮੈਨੂੰ ਸੈਂਟਰ ਪੁਆਇੰਟ ਦੀ ਚੋਣ ਕਰਨੀ ਪਵੇਗੀ। ਕਿਸੇ ਲੋਕੇਸ਼ਨ ਤੇ ਜਾਓ, ਕਲਿੱਕ ਆਰਕ। ਮੈਂ ਉੱਥੇ ਤੋਂ ਚਾਹੁੰਦਾ ਹਾਂ ਕਿ ਮੈਂ ਅਸਲ ਵਿੱਚ ਕੰਸਟਰਕਟ ਕਰਨਾ ਚਾਹਾਂਗਾ। ਸੋ ਮੈਨੂੰ ਇਸ ਮਾਊਸ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਸਾਵਧਾਨ ਰਹਿਣਾ ਪਵੇਗਾ। ਜਿੱਥੇ ਮੈਂ ਅਸਲ ਵਿੱਚ ਮੂਵ ਅਤੇ ਉਸ ਪੋਰਸ਼ਨ ਤੇ ਕਲਿੱਕ ਕਰਨ ਜਾ ਰਿਹਾ ਹਾਂ, ਜੋ ਇਹ ਉਸ ਲੈਵਲ ਤੱਕ ਆਰਕ ਬਣਾਉਂਦਾ ਹੈ। ਸਾਨੂੰ ਇੱਕ ਵਾਰ ਫਿਰ ਕਰੀਏ। ਸੈਂਟਰ ਪੁਆਇੰਟ ਆਰਕ, ਪਹਿਲਾ। ਹੁਣ ਦੂਜਾ ਚੁਣਿਆ ਹੈ। ਹੁਣ ਮੈਂ ਆਪਣੇ ਮਾਊਸ ਨੂੰ ਕਾਊਂਟਰ ਕਲੋਕਵਾਈਜ਼ ਦਿਸ਼ਾ ਹਿਲਾ ਰਿਹਾ ਹਾਂ। ਫਿਰ ਆਪਸ਼ਨ ਤੇ ਕਲਿੱਕ ਕਰੋ। ਫਿਰ ਇਸ ਨੂੰ ਬਣਾਓ। ਸੋ ਜਿਸ ਡਾਇਰੈਕਸ਼ਨ ਵਿੱਚ ਅਸੀਂ ਅੱਗੇ ਵਧ ਰਹੇ ਹਾਂ ਉਸ ਡਾਇਰੈਕਸ਼ਨ ਵਿੱਚ ਇਹ ਬਣਾਉਣ ਦੀ ਕੋਸ਼ਿਸ਼ ਕਰੋ ਕਿ ਹੁਣ ਅਸੀਂ ਉਸੇ ਆਰਕ ਲਈ ਕਲੋਕਵਾਈਜ਼ ਦਿਸ਼ਾ ਜਾਣ ਦੇਵਾਂਗੇ। ਸੈਂਟਰ ਪੁਆਇੰਟ ਆਰਕ, ਪਹਿਲਾ ਪੁਆਇੰਟ ਆਰਕ। ਹੁਣ ਮੈਂ ਕਲੋਕਵਾਈਜ਼ ਦਿਸ਼ਾ ਵੱਲ ਜਾਣਾ ਚਾਹੁੰਦਾ ਹਾਂ। ਜੇਕਰ ਮੈਂ ਕਲੋਕਵਾਈਜ਼ ਦਿਸ਼ਾ ਵਿੱਚ ਜਾ ਰਿਹਾ ਹਾਂ, ਤਾਂ ਤੁਹਾਡਾ GUI ਹਮੇਸ਼ਾ ਇਹੀ ਕਹਿੰਦਾ ਹੈ। ਤੁਸੀਂ ਪਹਿਲਾ ਪੁਆਇੰਟ ਚੁਣਦੇ ਹੋ, ਪਰ ਤੁਸੀਂ ਕਲੋਕਵਾਈਜ਼ ਦਿਸ਼ਾ ਵਿੱਚ ਐਨ ਪੁਆਇੰਟ ਚਾਹੁੰਦੇ ਹੋ। ਇਹ ਕੀ ਕਰਦਾ ਹੈ? ਇਹ ਹਮੇਸ਼ਾ ਸਰਕਲ ਨੂੰ ਪੂਰਾ ਕਰਨ ਕਾਊਂਟਰ ਕਲੋਕਵਾਈਜ਼ ਦਿਸ਼ਾ ਜਾਂਦਾ ਹੈ। ਇਸ ਲਈ ਤੁਹਾਨੂੰ ਇਹ ਫੈਸਲਾ ਕਰਨ ਦੇ ਮਾਮਲੇ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਤੁਸੀਂ ਅਸਲ ਵਿੱਚ ਕਿਸ ਪੁਆਇੰਟ ਤੇ ਜਾਣਾ ਚਾਹੁੰਦੇ ਹੋ। ਹਾਲਾਂਕਿ ਤੁਸੀਂ ਕਲੋਕਵਾਈਜ਼ ਵਿੱਚ ਜਾਣਾ ਚਾਹੁੰਦੇ ਹੋ, ਪਰ ਤੁਹਾਡੀ ਆਰਕ ਹਮੇਸ਼ਾ ਕਾਊਂਟਰ ਕਲੋਕਵਾਈਜ਼ ਵਿੱਚ ਲੈ ਜਾਂਦੀ ਹੈ। ਇਸ ਲਈ ਹੋ ਗਿਆ। ਫਿਰ ਏਸਕੇਪ ਦਬਾਓ। ਹੁਣ ਮੈਂ ਅਸਲ ਵਿੱਚ ਆਰਕ ਰੇਡੀਅਸ ਨੂੰ ਬਦਲਣਾ ਚਾਹੁੰਦਾ ਹਾਂ। ਦੁਬਾਰਾ ਸਾਡਾ ਸਮਾਰਟ ਡਾਇਮੈਂਸ਼ਨ ਬਹੁਤ ਵਧੀਆ ਹੈ। ਉੱਥੇ ਜਾਣ ਲਈ ਇਸ ਨੂੰ ਇਹਨਾਂ ਬਹੁਤ ਸਾਰੇ ਯੂਨਿਟਸ ਵਰਗੀਆਂ ਚੀਜ਼ਾਂ ਨਾਲ ਐਡਜਸਟ ਕਰੋ। ਹੁਣ ਮੈਂ 10 ਰੇਡੀਅਸ ਵਰਗਾ ਕੁਝ ਲੈਣਾ ਚਾਹਾਂਗਾ। ਯੂਨਿਟ ਹਮੇਸ਼ਾ ਮਿਲੀਮੀਟਰ ਹੁੰਦੇ ਹਨ। ਅਸੀਂ ਮਿਲੀਮੀਟਰ ਲੈ ਰਹੇ ਹਾਂ। ਠੀਕ ਹੈ। ਫਿਰ ਆਰਕ ਬਣ ਜਾਏਗੀ। ਹੁਣ ਆਓ ਇੱਕ ਲਾਈਨ ਦੀ ਤਰ੍ਹਾਂ ਇੱਕ ਕੰਬੀਨੇਸ਼ਨ ਦੇਖੀਏ, ਜੋ ਡਰਾ ਕਰਨੀ ਹੈ, ਜਿਸ ਉੱਤੇ ਮੈਂ ਇੱਕ ਆਰਕ ਕੰਸਟਰਕਟ ਕਰਨਾ ਚਾਹੁੰਦਾ ਹਾਂ। ਹੁਣ ਕਿਉਂਕਿ ਮੈਂ ਲਾਈਨ ਤੇ ਹਾਂ, ਮੈਂ ਅਸਲ ਵਿੱਚ ਇਸ ਤੋਂ ਬਾਹਰ ਆਉਣਾ ਚਾਹਾਂਗਾ। ਕੀ ਕਰਨਾ ਹੋਵੇਗਾ? ਪ੍ਰੈਸ ਏਸਕੇਪ। ਏਸਕੇਪ। ਅਸੀਂ ਉਸ ਲਾਈਨ ਮੋਡ ਤੋਂ ਬਾਹਰ ਹਾਂ। ਹੁਣ ਲਾਈਨ ਮੈਂ ਇਸ ਨੂੰ ਕੁਝ 50 ਯੂਨਿਟਸ ਵਿੱਚ ਐਡਜਸਟ ਕਰਨਾ ਚਾਹਾਂਗਾ। ਠੀਕ ਹੈ। ਹੋ ਗਿਆ। ਹੁਣ ਮੈਂ ਇੱਕ ਆਰਕ ਡਰਾ ਕਰਨਾ ਚਾਹਾਂਗਾ। ਸੈਂਟਰ ਪੁਆਇੰਟ ਆਰਕ ਜੋ ਮੈਂ ਡਰਾ ਕਰਨਾ ਚਾਹਾਂਗਾ, ਇਹ ਉਹ ਸੈਂਟਰ ਪੁਆਇੰਟ ਹੋ ਸਕਦਾ ਹੈ। ਮੈਂ ਸੈਂਟਰ ਚੁਣਨਾ ਚਾਹਾਂਗਾ। ਫਸਟ ਪੁਆਇੰਟ ਜੋ ਮੈਂ ਚੁਣਿਆ ਹੈ, ਮੈਂ ਉਸ ਜੁਆਇਨ ਕਰਾਂਗਾ। ਫਿਰ ਏਸਕੇਪ ਐਂਟਰ ਦਬਾਓ। ਮੈਂ ਉਸ ਆਰਕ ਨੂੰ ਉਸ ਪੂਰੇ 180 ਡਿਗਰੀ ਵਿੱਚ ਕੰਸਟਰਕਟ ਕਰ ਸਕਦਾ ਹਾਂ। ਸਿਮਿਲਰਲੀ ਮੈਂ ਕਈ ਓਬਜੈਕਟ ਦੀ ਵਰਤੋਂ ਕਰਨਾ ਚਾਹਾਂਗਾ। ਜਿਵੇਂ ਕਿ ਮੈਂ ਇੱਕ ਲਾਈਨ ਡਰਾ ਕਰਨਾ ਚਾਹੁੰਦਾ ਹਾਂ। ਅਸੀਂ ਦੇਖ ਸਕਦੇ ਹਾਂ ਕਿ ਕਈ ਵਾਰ ਅਸੀਂ ਇਸ ਆਪਸ਼ਨ ਨੂੰ ਵੀ ਦੇਖ ਸਕਦੇ ਹਾਂ, ਭਾਵੇਂ ਇਹ 90 ਡਿਗਰੀ ਲਾਈਨ ਹੈ ਜਾਂ ਨਹੀਂ। ਏਸਕੇਪ ਮੋਡ। ਹੁਣ ਮੈਂ ਇਸ ਦੇ ਦੁਆਲੇ ਇੱਕ ਸਰਕਲ ਡਰਾ ਕਰਨਾ ਚਾਹਾਂਗਾ। ਸਰਕਲ ਮੈਂ ਡਰਾ ਕਰਨਾ ਚਾਹਾਂਗਾ। ਹੋ ਸਕਦਾ ਹੈ ਕਿ ਉਸ ਸਰਕਲ ਦਾ ਸੈਂਟਰ ਇਹ ਪੁਆਇੰਟ ਹੋਵੇ। ਮੈਂ ਹੁਣੇ ਹੀ ਅੱਗੇ ਵਧਦਾ ਹਾਂ। ਦੂਜੇ ਤੇ ਕਲਿੱਕ ਕਰੋ। ਇਸ ਲਈ ਕੋਈ ਵੀ ਵਾਧੂ ਮਟੀਰੀਅਲ ਵਰਤਣਾ ਚਾਹੁੰਦਾ ਹਾਂ, ਮੈਂ ਇੱਕ ਤੋਂ ਬਾਅਦ ਦੂਜਾ ਬਣਾ ਸਕਦਾ ਹਾਂ। ਹੁਣ ਮੈਨੂੰ ਇਸ ਪੁਆਇੰਟ ਬਾਰੇ ਕੋਈ ਦਿਲਚਸਪੀ ਨਹੀਂ ਹੈ। ਮੈਂ ਹਮੇਸ਼ਾ ਟ੍ਰਿਮ ਐਂਟੀਟੀਜ਼ ਓਬਜੈਕਟ ਦੀ ਵਰਤੋਂ ਕਰ ਸਕਦਾ ਹਾਂ। ਅਸੀਂ ਜਲਦੀ ਹੀ ਦੇਖਾਂਗੇ ਕਿ ਹੁਣ ਇਸ ਟ੍ਰਿਮ ਐਂਟੀਟੀਜ਼ ਨੂੰ ਕਿਵੇਂ ਵਰਤਣਾ ਹੈ। ਕਿਉਂਕਿ ਇਹ ਸਰਕਲ ਮੇਰੇ ਕੋਲ ਹੈ, ਮੈਂ ਲਾਈਨ ਵਰਗੀ ਕੋਈ ਚੀਜ਼ ਬਣਾਈ ਹੈ। ਮੈਂ ਜਾਂ ਤਾਂ ਉਸ ਲਾਈਨ ਦੇ ਬਾਟਮ ਪਾਰਟ ਨੂੰ ਜਾਂ ਉਸ ਲਾਈਨ ਦੇ ਟੌਪ ਪਾਰਟ ਨੂੰ ਹਟਾਉਣਾ ਚਾਹੁੰਦਾ ਹਾਂ। ਉਸ ਮਕਸਦ ਲਈ ਜੇਕਰ ਮੈਂ ਉਸ ਲਾਈਨ ਤੇ ਕਲਿੱਕ ਕਰਕੇ ਡਿਲੀਟ ਕਰਦਾ ਹਾਂ ਤਾਂ ਇਹ ਪੂਰੀ ਲਾਈਨ ਨੂੰ ਡਿਲੀਟ ਕਰ ਦਿੰਦਾ ਹੈ। ਇਸ ਦੀ ਬਜਾਏ ਸਾਡੇ ਕੋਲ ਟ੍ਰਿਮ ਐਂਟੀਟੀਜ਼ ਵਰਗਾ ਓਬਜੈਕਟ ਹੈ। ਕੈਚੀ ਵਰਗੀ ਕੋਈ ਚੀਜ਼ ਹੈ। ਉਸ ਤੇ ਕਲਿੱਕ ਕਰੋ। ਫਿਰ ਇਹ ਤੁਹਾਨੂੰ ਬਹੁਤ ਸਾਰੇ ਡਾਇਲਾਗ ਬਾਕਸ ਦਿਖਾਉਂਦਾ ਹੈ, ਜਿਵੇਂ ਕਿ ਪਾਵਰ ਟ੍ਰਿਮ ਹੈ, ਕੋਰਨਰ ਟ੍ਰਿਮ, ਟ੍ਰਿਮ ਅਵੇ ਇਨਸਾਈਡ, ਟ੍ਰਿਮ ਅਵੇ ਆਊਟਸਾਈਡ, ਬੰਦ ਕਰਨ ਲਈ ਟ੍ਰਿਮ। ਇਸ ਕਾਈਂਡ ਦੇ ਆਪਸ਼ਨ ਹਮੇਸ਼ਾ ਮੌਜੂਦ ਹੁੰਦੇ ਹਨ। ਤੁਹਾਨੂੰ ਇਸ ਦੀ ਵਰਤੋਂ ਕਰਨ ਦਾ ਅਭਿਆਸ ਕਰਨਾ ਪਵੇਗਾ। ਤਾਂ ਉਦਾਹਰਨ ਲਈ ਮੈਨੂੰ ਪਾਵਰ ਟ੍ਰਿਮ ਲੈਣ ਦਿਓ। ਪਾਵਰ ਟ੍ਰਿਮ ਅਸਲ ਵਿੱਚ ਇਸ ਅਰਥ ਵਿੱਚ ਸ਼ਕਤੀਸ਼ਾਲੀ ਹੈ ਕਿ ਤੁਸੀਂ ਸਿਰਫ ਇੱਕ ਖਾਸ ਲਾਈਨ ਤੇ ਸਵਾਈਪ ਕਰਦੇ ਹੋ, ਇਹ ਤੁਰੰਤ ਉਸ ਲਾਈਨ ਨੂੰ ਹਟਾ ਦਿੰਦਾ ਹੈ। ਆਓ ਉਸ ਪਾਵਰ ਲਾਈਨ ਤੇ ਕਲਿੱਕ ਕਰੋ। ਫਿਰ
ਉਸ ਬਟਨ ਤੇ ਕਲਿੱਕ ਕਰੋ, ਹੋਲਡ ਕਰੋ, ਇਸ ਨੂੰ ਉਸ ਲਾਈਨ ਦੇ ਨਾਲ ਡਰੈਗ ਕਰੋ। ਇਹ ਉਸ ਲਾਈਨ ਨੂੰ ਹਟਾ ਦਿੰਦਾ ਹੈ। ਚਲੋ ਇਸ ਨੂੰ ਇੱਕ ਵਾਰ ਫਿਰ ਕਰੀਏ। ਮੈਂ ਇੱਥੋਂ ਇੱਥੇ ਇੱਕ ਲਾਈਨ ਡਰਾ ਕਰਨਾ ਚਾਹਾਂਗਾ। ਮੈਂ ਕੀ ਕਰਨਾ ਚਾਹੁੰਦਾ ਹਾਂ? ਮੈਂ ਇਸ ਲਾਈਨ ਦੇ ਬਾਹਰਲੇ ਪਾਰਟ ਨੂੰ ਹਟਾਉਣਾ ਚਾਹਾਂਗਾ ਜੋ ਉਸ ਸਰਕਲ ਤੋਂ ਵੱਧ ਹੈ। ਇਸ ਉਦੇਸ਼ ਲਈ ਮੈਂ ਕੀ ਕਰਨ ਜਾ ਰਿਹਾ ਹਾਂ? ਟ੍ਰਿਮ ਐਂਟੀਟੀਜ਼ ਦੀ ਵਰਤੋਂ ਕਰਨ ਜਾ ਰਿਹਾ ਹਾਂ। ਪਾਵਰ ਟ੍ਰਿਮ ਲਓ। ਧਿਆਨ ਨਾਲ ਕਲਿੱਕ ਕਰੋ। ਲੈਫਟ ਬਟਨ ਹੋਲਡ ਕਰੋ। ਹੋਲਡ ਤੇ ਕਲਿੱਕ ਕਰੋ। ਅਤੇ ਆਪਣੇ ਮਾਊਸ ਨੂੰ ਉਸ ਲਾਈਨ ਦੇ ਨਾਲ ਲੈ ਜਾਓ। ਫਿਰ ਆਪਣਾ ਮਾਊਸ ਬਟਨ ਛੱਡੋ। ਪੂਰਾ ਹੋਣ ਤੇ ਉਹ ਲਾਈਨ ਹਟਾ ਦਿੱਤੀ ਜਾਵੇਗੀ। ਚਲੋ ਉਸੇ ਥਿੰਗ ਦੀ ਵਰਤੋਂ ਦੂਜੀ ਲਾਈਨ ਲਈ ਕਰੀਏ ਜੋ ਅਸੀਂ ਵਰਤਣ ਜਾ ਰਹੇ ਹਾਂ। ਹੁਣ ਸਾਡੇ ਕੋਲ ਇਹ ਪੁਆਇੰਟ ਹੈ। ਹੋ ਸਕਦਾ ਹੈ ਕਿ ਮੈਂ ਇੱਥੇ ਕਰਵ ਦੇ ਇਸ ਪਾਰਟ ਨੂੰ ਹਟਾਉਣਾ ਚਾਹਾਂ। ਇਸ ਉਦੇਸ਼ ਲਈ ਦੁਬਾਰਾ ਟ੍ਰਿਮ ਐਂਟੀਟੀਜ਼, ਪਾਵਰ ਟ੍ਰਿਮ। ਹੁਣੇ ਮੈਂ ਕੁਝ ਵੀ ਨਹੀਂ ਹਿਲਾਇਆ। ਹੁਣ ਮੈਂ ਲੈਫਟ ਬਟਨ ਦਬਾਉਣ ਜਾ ਰਿਹਾ ਹਾਂ। ਉਸ ਨੂੰ ਹੋਲਡ ਕਰੋ ਅਤੇ ਉਸ ਲਾਈਨ ਦੇ ਉੱਪਰ ਜਾਓ। ਹੁਣ ਆਪਣੇ ਮਾਊਸ ਬਟਨ ਨੂੰ ਛੱਡ ਦਿਓ। ਇੱਕ ਵਾਰ ਜਦੋਂ ਤੁਸੀਂ ਜੋ ਕੁਝ ਵੀ ਕਰ ਲੈਂਦੇ ਹੋ, ਉਹ ਇੰਟਰਸੈਕਟਿੰਗ ਪੁਆਇੰਟ ਉੱਥੇ ਹਨ, ਉਹ ਪਾਰਟ ਹਟਾ ਦਿੱਤਾ ਜਾਵੇਗਾ। ਸਿਮਿਲਰਲੀ, ਪਾਵਰ ਟ੍ਰਿਮ। ਹੁਣ ਅਸੀਂ ਇਸ ਮਕਸਦ ਲਈ ਇਸ ਬਾਟਮ ਪਾਰਟ ਨੂੰ ਹਟਾਉਣਾ ਚਾਹੁੰਦੇ ਹਾਂ। ਉਸ ਲਾਈਨ ਦੇ ਨਾਲ ਲੈਫਟ ਬਟਨ ਤੇ ਕਲਿੱਕ ਕਰੋ। ਇਸ ਲਈ ਮੇਰੇ ਕੋਲ ਉਹ ਓਬਜੈਕਟ ਹੈ। ਭਾਵੇਂ ਮੈਂ ਆਮ ਜਿਓਮੈਟ੍ਰੀਕਲ ਥਿੰਗ ਕੰਸਟਰਕਟ ਕਰ ਰਿਹਾ ਹਾਂ, ਮੈਂ ਕੁਝ ਲਾਈਨਾਂ ਨੂੰ ਹਟਾਉਣਾ ਚਾਹਾਂਗਾ ਜੋ ਮੈਂ ਇਸ ਪਾਵਰ ਬਟਨ ਅਸਲ ਵਿੱਚ ਇਸ ਦੇ ਉਸ ਪਾਰਟ ਨੂੰ ਹਟਾਉਣ ਲਈ ਦੂਜੇ ਉੱਤੇ ਡਰੈਗ ਤੇ ਕਲਿੱਕ ਕਰਨ ਲਈ ਪਾਵਰ ਟ੍ਰਿਮ ਬਟਨ ਦੀ ਵਰਤੋਂ ਕਰ ਸਕਦਾ ਹਾਂ। ਅਗਲੀਆਂ ਕਲਾਸਾਂ ਵਿੱਚ ਅਸੀਂ ਸੋਲਿਡ ਵਰਕਸ ਤੇ ਉਪਲੱਬਧ ਹੋਰ ਆਪਸ਼ਨਜ਼ ਬਾਰੇ ਸਿੱਖਾਂਗੇ। ਧੰਨਵਾਦ।